प्लीज सामने जाइए एक मिनट जी भाजी पिछे बताना पैन भाजी रमन जी ओके धालीवाल साहब ਤੁਹਾਡਾ ਸਾਰਿਆਂ ਦਾ ਅਜਨਾਲੇ ਦੇ ਸਮੁੱਚੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਪਹਿਲਾਂ ਵੀ ਬਹੁਤ ਪਿਆਰ ਕਰਦੇ ਸੀਗੇ, ਅੱਜ ਵੀ ਤੁਸੀਂ ਬੜਾ ਪਿਆਰ ਸਤਿਕਾਰ ਕੀਤਾ। ਤੁਸੀਂ ਕੀਮਤੀ ਟਾਈਮ ਕੱਢ ਕੇ ਆਏ ਹੋ। ਅੱਜ ਤੁਹਾਨੂੰ ਪਤਾ ਕਿ ਆਪਾਂ ਕੈਬਨਿਟ ਮੰਤਰੀ ਬਣੇ ਸੀਗੇ, ਉਸ ਤੋਂ ਬਾਅਦ ਪਹਿਲੀ ਵਾਰ ਆਪਣੇ ਹਲਕੇ ਦੇ ਵਿੱਚ ਆਏ ਹਾਂ, ਆਪਣੇ ਅਜਨਾਲਾ ਮੁੱਖ ਸ਼ਹਿਰ ਦੇ ਵਿੱਚ ਆਏ ਹਾਂ। ਕੁਕੜਾਂ ਵਾਲਾ, ਦਾਲਮ, ਭਲਾ ਪਿੰਡ, ਰੋਖੇ, ਪੱਖਾ, ਤਾਰਾ ਸਿੰਘ ਤਰ੍ਹਾਂ ਨੇ ਸਾਡੇ ਵਲੰਟੀਅਰ ਸਾਥੀਆਂ ਨੇ ਬੜਾ ਬਹੁਤ ਹੀ ਭਰਵਾਂ ਸਵਾਗਤ ਜਿਹੜਾ ਕੀਤਾ। ਬਸ ਮੈਂ ਤੁਹਾਡੇ ਥਰੂ ਹੀ ਕਹਿਣਾ ਚਾਹੁੰਦਾ ਕਿ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਕੁਛ ਅਸੀਂ ਇਲੈਕਸ਼ਨ ਦੇ ਦਰਮਿਆਨ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਜੋ ਉਹਨਾਂ ਨੇ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ ਸੀਗੇ, ਉਹ ਸਾਰੇ ਵਾਅਦੇ ਅਸੀਂ ਪੂਰੇ ਕਰਾਂਗੇ। ਅੱਜ ਪੂਰੇ ਪੰਜਾਬ ਦੇ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਤੇ ਲੱਗ ਗਈ ਹੈ। ਕੱਲ ਪੰਜਾਬ ਦੇ ਲਗਭਗ ਸਾਰੇ ਮੰਤਰੀਆਂ ਨੇ ਆਪਣੇ ਦਫ਼ਤਰਾਂ ਦਾ ਚਾਰਜ ਲੈ ਲਿਆ। ਅਸੀਂ ਵੀ ਕੱਲ ਚਾਰਜ ਲਿਆ ਸੀ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ। ਅੱਜ ਪੂਰੇ ਪੰਜਾਬ ਦੇ ਵਿੱਚ ਆਪਣੀ ਸਰਗਰਮੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। ਮੈਨੂੰ ਜਿਹੜਾ ਮਤਰਾਲਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਿੱਤਾ, ਇਹ ਬਹੁਤ ਵੱਡਾ ਮਤਰਾਲਾ। ਕਰੀਬ 12,600 ਪਿੰਡ ਨੇ ਪੰਜਾਬ ਦੇ, ਉਹਨਾਂ ਦੇ ਵਿਕਾਸ ਦਾ ਬਹੁਤ ਵੱਡਾ ਮੁੱਦਾ। ਪੰਜਾਬ ਜਿਹਨੂੰ ਰੰਗਲਾ ਪੰਜਾਬ ਕਹਿੰਦੇ ਆ, ਉਹ ਪਿੰਡਾਂ ਦੇ ਵਿੱਚ ਵੱਸਦਾ ਤੇ ਪੇਂਡੂ ਜ਼ਿੰਦਗੀ ਜਿਹੜੀ ਆ ਉਹ ਪੰਜਾਬ ਦੀ ਸਭ ਤੋਂ ਬਿਹਤਰੀਨ ਮੰਨੀ ਜਾਂਦੀ ਹੈ। ਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਪੇਂਡੂ ਜ਼ਿੰਦਗੀ ਜਿਹੜੀ ਲੀਹਾਂ ਤੋਂ ਲੱਥੀ ਪਈ ਹੈ। ਪਿੰਡਾਂ ਦੇ ਵਿੱਚ ਵਿਕਾਸ ਦੀਗਾ, ਪਿੰਡਾਂ ਦੇ ਵਿੱਚ ਨਸ਼ੇ ਦੇ, ਪਿੰਡਾਂ ਦੇ ਵਿੱਚ ਸਾਡਾ ਬੁਨਿਆਦੀ ਢਾਂਚਾ, ਹੈਲਥ ਸਿਸਟਮ ਜਿਹੜਾ ਉਹ ਫੇਲ ਹੋ ਗਿਆ, ਪ੍ਰਾਇਮਰੀ ਐਜੂਕੇਸ਼ਨ ਦਾ ਸਿਸਟਮ ਜਿਹੜਾ ਉਹ ਫੇਲ ਹੋ ਗਿਆ, ਪੀਣ ਵਾਲਾ ਸਾਫ ਸੁਥਰਾ ਪਾਣੀ ਦੇਣ ਦੇ ਵਿੱਚ ਪਿਛਲੀਆਂ ਸਰਕਾਰਾਂ ਜਿਹੜੀਆਂ ਕਾਮਯਾਬ ਨਹੀਂ ਹੋਈਆਂ, ਔਰ ਗੰਦਾ ਪਾਣੀ ਦੇ ਵਿਕਾਸ ਦਾ ਜਿਹੜਾ ਮੁੱਦਾ ਉਹ ਬਹੁਤ ਵੱਡਾ ਹੈ। ਇਸ ਕਰਕੇ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਕਰਨਾ, ਜੇ ਪੰਜਾਬ ਨੂੰ ਆਪਾਂ ਸਭ ਨੇ ਖੁਸ਼ਹਾਲ ਵੇਖਣਾ ਤੇ ਪੰਜਾਬ ਦੇ ਪਿੰਡਾਂ ਦੀ ਤਰੱਕੀ ਜਿਹੜੀ ਹੈ ਉਹ ਜ਼ਰੂਰੀ ਹੈ। ਸੋ ਮੇਰੀ ਪਾਰਟੀ ਨੇ ਮੈਨੂੰ ਬਹੁਤ ਵੱਡਾ ਕੰਮ ਦਿੱਤਾ। ਉਹਦੇ ਨਾਲ ਹੀ ਪਸ਼ੂ ਪਾਲਣ ਡਿਪਾਰਟਮੈਂਟ ਹੈ, NRI ਡਿਪਾਰਟਮੈਂਟ ਬਹੁਤ ਵੱਡਾ। ਪੂਰੀ ਦੁਨੀਆ ਦੇ NRI ਦੀ ਨੁਮਾਇੰਦਗੀ ਕਰਨ ਦਾ ਵੀ ਮੈਨੂੰ ਪਾਰਟੀ ਨੇ ਮੌਕਾ ਦਿੱਤਾ, ਮਾਨ ਸਾਹਿਬ ਨੇ। ਉਹਨਾਂ ਦੇ ਬੜੇ ਮੁੱਦੇ ਆ, ਉਹ ਮੁੱਦੇ ਵੀ ਆਪਾਂ ਹੱਲ ਕਰਦੇ ਹਾਂ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਸੀਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀਗੇ, ਪਹਿਲਾ ਵਾਅਦਾ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਹੀ ਮਾਨ ਸਾਹਿਬ ਨੇ 25,000 ਨੌਕਰੀਆਂ ਤੋਂ ਦਸਤਖਤ ਕਰਕੇ ਉਹ ਜਿਹੜਾ ਸ਼ੁਰੂ ਕਰਤਾ। ਅਪ੍ਰੈਲ ਮਹੀਨਾ ਆ ਰਿਹਾ, ਅਪ੍ਰੈਲ ਮਹੀਨੇ ਦੇ ਵਿੱਚ
ਜਿਹੜੀਆਂ ਗਰੰਟੀਆਂ ਅਸੀਂ ਅਨਾਉਂਸ ਕੀਤੀਆਂ ਸੀ ਸਾਡੇ ਕੌਮੀ ਕਨਵੀਨਰ ਨੇ, ਉਹਨਾਂ ਨੂੰ ਅਮਲੀ ਰੂਪ ਦੇਣਾ ਜਿਹੜਾ ਉਹ ਸ਼ੁਰੂ ਹੋ ਜਾਊਗਾ। ਸੋ ਮੈਂ ਤੁਹਾਡਾ ਧੰਨਵਾਦ ਕਰਦਾ। ਬਾਕੀ ਜੇ ਕੋਈ ਤੁਹਾਡਾ ਸਵਾਲ ਹੈ ਉਹ ਤੁਸੀਂ ਕਰ ਸਕਦੇ। ਕਈਆਂ ਪਿੰਡਾਂ ਦੇ ਵਿੱਚ ਘਪਲੇਬਾਜ਼ੀ ਹੋਈਆਂ, ਗ੍ਰਾਂਟਾਂ ਦੇ ਵਿੱਚ ਦੁਰਵਰਤੋਂ ਵੀ ਹੋਈ ਆ, ਕਈਆਂ ਅਧਿਕਾਰੀ ਜਾਂ ਸਰਪੰਚ ਜਾਂ ਹੋਰ ਕੁਝ ਲੋਕ ਸ਼ਾਮਲ ਹੈ, ਕਿਵੇਂ ਦਾ ਐਕਸ਼ਨ ਆਏਗਾ ਉਹਨਾਂ ਦਾ? ਅਸੀਂ ਤੈਅ ਕੀਤਾ ਕਿ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਵੱਡੀ ਘਪਲੇਬਾਜ਼ੀ ਹੋਈ ਹੈ ਉਹਨਾਂ ਪਿੰਡਾਂ ਦੇ ਵਿੱਚ ਜਾਂਚ ਕਰਾਵਾਂਗੇ, ਆਪਣੇ ਮਹਿਕਮੇ ਦੇ ਅਧਿਕਾਰੀਆਂ ਕੋਲ ਵੀ ਕਰਾਵਾਂਗੇ, ਜੇ ਕਿਤੇ ਲੋੜ ਪਈ ਤੇ ਵਿਜੀਲੈਂਸ ਕੋਲ ਵੀ ਕਰਾਵਾਂਗੇ, ਹੋਰ ਲੋੜ ਪਈ ਤੇ ਹੋਰ ਵੱਡੀਆਂ ਏਜੰਸੀਆਂ ਕੋਲ ਕਰਾਵਾਂਗੇ। ਕਿਉਂਕਿ ਪੰਜਾਬ ਦਾ ਪੈਸਾ, GST ਦਾ ਪੈਸਾ, ਲੋਕਾਂ ਦਾ ਪੈਸਾ, ਉਹ ਕੁਝ ਪਿੰਡਾਂ ਦੇ ਸਰਪੰਚਾਂ ਦੇ ਸੈਕਟਰੀਆਂ ਨਾਲ ਰਲ ਕੇ ਮੌਜੂਦਾ MLA ਦੀ ਸ਼ਹਿ ਪ੍ਰਾਪਤ ਉਹਨਾਂ ਦੀ ਹਿੱਸੇਬਾਜ਼ੀ ਰੱਖ ਕੇ ਬਹੁਤ ਵੱਡੀ ਲੁੱਟ ਖਸੁੱਟ ਕੀਤੀ ਹੈ। ਉਹਦੀ ਸਭ ਦੀ ਆਪਾਂ ਜਾਂਚ ਜਿਹੜੀ ਉਹ ਕਰਾਵਾਂਗੇ। ਅੱਜ ਨੰਬਰ ਜਾਰੀ ਹੋ ਗਿਆ ਭਗਵੰਤ ਮਾਨ ਉਹਨਾਂ ਵੱਲੋਂ, ਹੈਲਪਲਾਈਨ ਨੰਬਰ ਜਾਰੀ ਕਰਤਾ ਐਂਟੀ ਕਰਪਸ਼ਨ ਨੂੰ ਲੈ ਕੇ, ਉਹਦੇ ਬਾਰੇ? ਬਿਲਕੁਲ ਜੀ, ਸਹੀ ਕੀਤਾ। ਤੁਸੀਂ 4 ਦਿਨ ਪਹਿਲਾਂ ਸਾਡੇ ਕੌਮੀ ਕਨਵੀਨਰ ਤੇ ਭਗਵੰਤ ਮਾਨ ਜੀ ਨੇ ਸਾਡੀ ਮੀਟਿੰਗ ਲਈ ਸੀ, MLA ਦੀ, ਮੰਤਰੀਆਂ ਦੀ। ਤੁਸੀਂ ਉਹਨਾਂ ਦਾ ਭਾਸ਼ਣ ਸੁਣਿਆ, ਬਹੁਤ ਸਖਤ ਸਟੈਂਡ ਹੈ। ਜਿੱਦਾਂ ਸਾਨੂੰ ਮੰਤਰੀ ਬਣਾਉਣ ਦਾ ਫੈਸਲਾ ਕੀਤਾ, ਉਦੋਂ ਵੀ ਇਹ ਕਿਹਾ ਗਿਆ ਕਿ ਕਰਪਸ਼ਨ ਦੇਖਦੇ ਆ ਗਈ ਅੱਗੇ ਤੁਹਾਡੇ ਡਿਪਾਰਟਮੈਂਟ ਦੇ ਵਿੱਚ, ਤੇ ਤੁਹਾਡੀ ਉਸ ਵੇਲੇ ਮਹਿਕਮੇ ਤੋਂ ਜਿਹੜੀ ਆ ਉਹ ਛੁੱਟੀ ਹੋਊਗੀ। ਓਪਨ ਕਿਹਾ ਉਹਨਾਂ ਨੇ, ਕੋਈ ਐ ਨਹੀਂ ਕੋਈ ਗੁੱਜਾ ਕਿਹਾ। ਸੋ ਅਸੀਂ ਕਰਪਸ਼ਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਨਾ ਖੁਦ ਕਰਾਂਗੇ, ਨਾ ਕਿਸੇ ਨੂੰ ਕਰ ਦਿਆਂਗੇ। ਕਿੱਡਾ ਵੱਡਾ ਅਧਿਕਾਰੀ ਹੋਵੇ, ਕਰਪਸ਼ਨ ਦੇ ਮਾਮਲੇ 'ਚ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ। ਅਜਨਾਲਾ ਨਿਵਾਸੀ ਨੇ ਇੰਨਾ ਪਿਆਰ ਦਿੱਤਾ, ਆਈਡੀ ਲੀਡ ਦੇ ਨਾਲ ਤੁਹਾਨੂੰ ਜਿਤਾਇਆ, ਸ਼ੁਰੂਆਤ ਵਿੱਚ ਕੀ ਪ੍ਰੋਜੈਕਟ ਲੈ ਕੇ ਆ ਰਹੇ ਅਜਨਾਲਾ ਨਿਵਾਸੀਆਂ ਨੂੰ? ਅਸੀਂ ਮਤਲਬ ਤੁਸੀਂ ਵੀ ਗਏ ਹੋ ਪਿੰਡਾਂ ਦੇ ਵਿੱਚ, ਮੈਨੂੰ ਲੱਗਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ, ਵਿਚਾਰਿਆਂ ਨੇ ਸਾਡੇ ਕੋਲ ਮੰਗ ਕੀਤੀ ਕਿ ਉੱਥੇ ਗੰਦੇ ਪਾਣੀ ਦਾ ਗਲੀਆਂ 'ਚ ਖੜਾ ਹੈ, ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ। ਔਰ ਮੈਂ ਹੋ ਸਕਦਾ ਕੱਲ੍ਹ ਹੀ ਅਧਿਕਾਰੀਆਂ ਦੀ ਇੱਕ ਟੀਮ ਨੂੰ ਨਾਲ ਲੈ ਕੇ ਨੂਰ ਮਹਿਲ ਦੇ ਲਾਗੇ ਜਾ ਰਿਹਾ। ਉੱਥੇ ਇੱਕ ਪਿੰਡ ਹੈ ਜਿੱਥੇ ਗੰਦੇ ਪਾਣੀ ਨੂੰ ਸਾਫ਼ ਕਰਨ ਦਾ ਇੱਕ ਬਹੁਤ ਜ਼ਬਰਦਸਤ ਟ੍ਰੀਟਮੈਂਟ ਪਲਾਂਟ ਜਿਹੜਾ ਲਾਇਆ, ਉਦੋਂ ਇੰਗਲੈਂਡ ਦਾ ਕੋਈ ਇੰਜੀਨੀਅਰ ਹੈ ਜਿਹਨੇ ਲਾਇਆ, ਉਹ ਅਸੀਂ ਦੇਖਣ ਜਾ ਰਹੇ। ਉਸੇ ਟੀਮ ਨੂੰ ਜਿਹੜੀ ਮੇਰੇ ਨਾਲ ਉੱਥੇ ਜਾਊਗੀ, ਉਸ ਟੀਮ ਨੂੰ ਮੈਂ ਲੈ ਕੇ ਮੁੜ ਕੇ ਪੱਕਾ ਡੱਲਾ ਪਿੰਡ ਹੈ ਉੱਥੇ ਲੈ ਕੇ ਜਾਵਾਂਗੇ। ਉਹਨਾਂ ਪਿੰਡਾਂ ਦੇ ਵਿੱਚ ਪਾਣੀ ਦੇ ਨਿਕਾਸ ਦਾ ਇੰਨਾ ਬੁਰਾ ਹਾਲ ਹੈ, ਔਰ ਨਾਲ ਦੀ ਨਾਲ ਉੱਥੇ ਲੋਕਾਂ ਨੇ ਇੰਨੀ ਠੱਗੀ ਹੋਈ ਹੈ ਕਿ ਜਿਹੜਾ ਸਵੱਛ ਭਾਰਤ ਦੇ ਤਹਿਤ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਆਈਆਂ ਸੀਗੀਆਂ ਲੈਟਰਿਨ ਬਣਾਉਣ ਲਈ, ਗਰੀਬ ਲੋਕਾਂ ਕੋਲ ਟੋਏ ਪਟਾ ਲਏ ਗਏ, ਮੁੜ ਕੇ ਉਹਨਾਂ ਨੂੰ ਲੈਟਰਿਨ ਦੇ ਪੈਸੇ ਠੇਕੇਦਾਰ ਤੇ ਅਧਿਕਾਰੀ ਖਾ ਗਏ। ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਇੰਨਾ ਗੰਦ ਹੈ। ਮੈਂ ਵੀ ਉੱਥੇ ਡੋਰ ਟੂ ਡੋਰ ਕੀਤੀ ਸੀ, ਮੇਰੀ ਪਤਨੀ ਨੇ ਡੋਰ ਟੂ ਡੋਰ ਕੀਤੀ ਉੱਥੇ ਲੋਕਾਂ ਦੀ ਮੁੱਖ ਮੰਗ ਹੀ ਇਹ ਆ ਕਿ ਸਾਡੇ ਗੰਦੇ ਪਾਣੀ ਦਾ ਕੋਈ ਪ੍ਰਬੰਧ ਕਰੋ। ਤੁਹਾਨੂੰ ਪਤਾ ਕਿੰਨੀ ਗਰਮੀ ਸ਼ੁਰੂ ਹੋ ਰਹੀ ਹੈ, ਤੇ ਜਿਹਦੇ ਘਰ ਦੇ ਵਿੱਚ ਗੰਦਾ ਪਾਣੀ ਖੜਾ ਹੋਊਗਾ ਉਹ ਬੰਦੇ ਦੀ ਜ਼ਿੰਦਗੀ ਨਰਕ ਤੋਂ ਭੈੜੀ ਹੋ ਜੂਗੀ। ਸੋ ਮੈਂ ਇਹ ਪਲਾਨ ਬਣਾ ਰਿਹਾ ਕਿ ਉੱਥੋਂ ਦੇਖ ਕੇ ਆਪਾਂ ਗੰਦੇ ਪਾਣੀ ਨੂੰ ਕਿੱਦਾਂ ਸਾਹਮਣਾ, ਕਿੱਦਾਂ ਕੰਟਰੋਲ ਕਰਨਾ, ਉਹਦਾ ਹੱਲ ਕੀ ਹੈ। ਕਿਉਂਕਿ ਇੱਕ ਜਿਹੜਾ ਬੜੀ ਨੈਗੇਟਿਵ ਗੱਲ ਹੋਈ ਪੰਜਾਬ ਦੇ ਵਿੱਚ, ਖਾਸ ਤੌਰ 'ਤੇ ਆਪਣੇ ਜ਼ਿਲ੍ਹੇ 'ਚ, ਜਿਹੜੀ ਵੋਟ ਸਿਆਸਤ ਸੀਗੀ, ਚਾਹੇ ਉਹ ਪਿੰਡ ਲੈਵਲ ਦੀ ਸੀ, ਚਾਹੇ ਵਿਧਾਨ ਸਭਾ ਹਲਕੇ ਦੇ ਲੈਵਲ ਦੀ ਸੀਗੀ, ਵੋਟ ਸਿਆਸਤ ਜਿਹੜੀ ਪਿੰਡਾਂ ਦੇ ਛੱਪੜ ਖਾ ਗਈ ਸਾਰੇ। ਲੋਕਾਂ ਦੇ ਨਜਾਇਜ਼ ਕਬਜ਼ੇ ਕਰ ਲਏ ਛੱਪੜਾਂ ਦੇ, ਉਹਨਾਂ ਨੂੰ ਕਿਸੇ ਡੱਕਿਆ ਨਹੀਂ। ਹੁਣ ਪ੍ਰੋਬਲਮ ਇਹ ਹੈ ਕਿ ਕਈ ਲੋਕਾਂ ਦੇ 15-15 ਸਾਲ ਹੋ ਗਏ ਉਹਨਾਂ 'ਚ ਘਰ ਬਣਾ ਲਏ, ਕਿਸੇ ਨੂੰ 20-20 ਸਾਲ ਹੋ ਗਏ, 25-25 ਸਾਲ ਹੋ ਗਏ। ਉਹਨਾਂ ਦਾ ਕਬਜ਼ਾ ਲੈਣਾ ਬੇਹੱਦ ਔਖਾ ਹੈ, ਕਿਉਂਕਿ ਸਾਡਾ ਅਦਾਲਤੀ ਸਿਸਟਮ ਇੱਦਾਂ ਦਾ ਕਿ ਜਿਹੜਾ ਬੰਦੇ ਨੇ ਥਾਂ ਕਬਜ਼ੇ ਕਰ ਲਿਆ, ਜੋ ਇੱਕ ਦਾ ਗਰਦੌਰੀ ਕਰਾ ਲੈਂਦਾ, ਅਦਾਲਤ ਉਹਨੂੰ ਉਸੇ ਦੇ ਸਟੇ ਦੇ ਦਿੰਦੀ ਹੈ। ਸੋ ਇਸ ਕਰਕੇ ਅਸੀਂ ਸੋਚਦੇ ਹਾਂ, ਮੈਂ ਸੋਚਦਾ ਜਾਤੀ ਤੌਰ 'ਤੇ ਕਿ ਗੰਦੇ ਪਾਣੀ ਦਾ ਨਿਕਾਸ ਜਿਹੜਾ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ। ਔਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ, ਤੁਹਾਡੇ ਸ਼ਹਿਰ ਦੇ ਵਿੱਚ ਵੀ ਹੈ, ਅਜਨਾਲੇ ਸ਼ਹਿਰ ਦੇ ਵਿੱਚ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈ।
ਸਮਝਦੇ ਕਿ ਨਹੀਂ ਗਾ? ਸ਼ਹਿਰ ਦੀ ਆਮ ਆਦਮੀ ਜੇ ਗੱਲ ਕਰਦੇ ਆਪਾਂ ਲੋਕਾਂ ਨੇ ਹੁਣ ਦੇਖਦੇ ਚਰਚਾ ਇਹੀ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਲਿਆਂਦਾ ਕਿ ਚੇਂਜ ਆ। ਹਾਂਜੀ। ਅੱਜ ਨਾਲੇ ਦੀ ਗੱਲ ਕਰੀਏ ਤੇ ਤੁਸੀਂ ਸਾਰੇ ਪੰਜਾਬ ਦੀਆਂ ਸੜਕਾਂ ਵੇਖੀਆਂ ਤੇ ਨਾਲੇ ਦੀਆਂ ਵੇਖੀਆਂ, ਲੋਕਾਂ ਨੂੰ ਆਸ ਹੈ ਕਿ ਹੁਣ ਜਿੱਤ ਗਏ ਤੇ ਜਲਦ ਤੋਂ ਜਲਦ ਜਿਹੜਾ ਪਹਿਲਾਂ ਸੜਕਾਂ ਬਣ ਗਈਆਂ ਨਾਲੇ ਦੀਆਂ ਬਣਨਗੀਆਂ ਜੀ, ਬਣਨਗੀਆਂ, ਸਭ ਕੁਝ ਬਣੂਗਾ। ਅਸੀਂ ਇੱਕ ਤੈਅ ਕੀਤਾ ਸੀਗਾ ਉਸ ਦਿਨ ਕਿ ਜਿਹੜੇ ਸ਼ਹਿਰਾਂ ਦੀ ਹਾਲਤ ਬੜੀ ਖਸਤਾ ਹੈ ਉਹਨਾਂ ਸ਼ਹਿਰਾਂ ਦੇ ਵਿੱਚ ਐਸਟੀਮੇਟ ਬਣਾ ਕੇ ਉਹਨਾਂ ਲਈ ਸਪੈਸ਼ਲ ਫੰਡ ਜਿਹੜੇ ਆ ਉਹਨਾਂ ਦਾ ਪ੍ਰਬੰਧ ਕਰਕੇ, ਤੇ ਮੇਰੀ ਇਹ ਸੋਚ ਬਣੀ ਹੈ ਕਿ ਜਿੱਦਾਂ ਮਹਿਲ ਬਖਾਦੀ ਤੋਂ ਲੈ ਕੇ ਸੱਕੀ ਦੇ ਪੁਲ ਤੱਕ, ਡੇਰਾ ਬਾਬਾ ਨਾਨਕ ਰੋਡ ਤੇ ਰਿਆੜਾ ਤੋਂ ਲੈ ਕੇ ਬਿਜਲੀ ਘਰ ਤੱਕ ਜਿਹੜੀ ਚਗਾਵਾਂ ਚਮਿਆਰੀ ਰੋਡ ਆ, ਇਹਨੂੰ ਆਪਾਂ ਇਦਾਂ ਦੀ ਬਣਾਵਾਂਗੇ। ਇਹਦਾ ਐਸਟੀਮੇਟ ਮੈਂ ਤਿਆਰ ਲੱਗਾ ਕਰਵਾਉਣ ਕਿ ਇੰਨਾ ਜਿਹੜੀ ਜਗ੍ਹਾ ਇਹਦਾ ਐਸਟੀਮੇਟ ਬਣਾ ਕੇ ਦਿਓ ਵੀ ਕਿੰਨਾ ਬਣਦਾ, ਉਹਦੇ ਫੰਡ ਮੈਂ ਲੈ ਕੇ ਆਊਂਗਾ। ਮੈਂ ਸੀਐਮ ਸਾਹਿਬ ਕੋਲ ਫੰਡਾਂ ਦਾ ਪ੍ਰਬੰਧ ਕਰਕੇ ਤੇ ਸ਼ਹਿਰ ਦੀ ਜਿਹੜੀ ਆ ਉਹ ਆਪਾਂ ਹਾਲਤ ਨੂੰ ਵਧੀਆ ਕਰਾਂਗੇ, ਵਧੀਆ ਸੜਕਾਂ ਜਿਹੜੀਆਂ ਸ਼ਹਿਰ ਦੇ ਵਿੱਚ ਬਣਾਵਾਂਗੇ। ਸਰਜਨ ਸਾਹਿਬ, ਇੱਕ ਹੈਲਥ ਦੇ ਅਕੋਰਡਿੰਗ ਜਿਹੜਾ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਜਦੋਂ ਕਿ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦਾ ਵੀ ਅਜੇ ਤੱਕ ਜਿਹੜੇ ਹਾਲਾਤ ਸੀ ਉਹ ਤੁਹਾਡੇ ਸਾਹਮਣੇ ਨੇ। ਕਦੋਂ ਤੱਕ ਸਾਰੇ ਪਿਛਲੇ ਸਮੇਂ ਤੁਸੀਂ ਤੇ ਚੀਮਾ ਸਾਹਿਬ ਵੀ ਡਿਸਪੈਂਸਰੀਆਂ ਦੀ ਕਰਕੇ ਆਏ ਸੀ, ਬਿਲਕੁਲ ਐਕਸਪਾਇਰ ਦਵਾਈਆਂ ਪਾਈਆਂ ਗਈਆਂ ਸੀ, ਉਸ ਬਾਰੇ ਕਿਸ ਤਰੀਕੇ ਨਾਲ ਵੇਖਦੇ ਹੋ? ਉਹਨਾਂ ਕਲੀਨਿਕਾਂ 'ਚ ਕਿਸ ਤਾਂ ਜੀ ਉਹ ਤੇ ਸਮਝ ਲਓ ਮਤਲਬ ਜਿਹੜਾ ਮੰਡੇ ਪੂਰੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਹੈ ਸਾਡੀ, ਉਹ 'ਚ ਸਭ ADC ਡਿਵੈਲਪਮੈਂਟ ਵਗੈਰਾ DDPO ਸਭ ਅਫਸਰ ਜਾਣਗੇ, ਕਿਉਂਕਿ ਜਿਹੜੀਆਂ ਰੂਰਲ ਕੁਛ ਡਿਸਪੈਂਸਰੀਆਂ ਉਹ ਸਾਡੇ ਮਹਿਕਮੇ ਦੇ ਅੰਡਰ ਹੈ, ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਹੈ। ਪਹਿਲੀ ਗੱਲ ਤਾਂ ਉੱਥੇ ਡਾਕਟਰ ਹੈ ਨਹੀਂ, ਜੇ ਡਾਕਟਰ ਆ ਗਏ ਉੱਥੇ ਕੋਈ ਦਵਾਈ ਹੈ ਨਹੀਂ, ਜੇ ਦਵਾਈ ਹੈਗੀ ਹੈ ਉੱਥੇ ਕੋਈ ਨਰਸ ਹੈ ਨਹੀਂ, ਕੋਈ ਟੈਸਟ ਕਰਨ ਵਾਲੀ ਮਸ਼ੀਨ ਹੈ ਨਹੀਂ। ਉਹਨਾਂ ਨੂੰ ਆਪਾਂ ਬਿਹਤਰ ਕਰਾਂਗੇ ਜੀ, ਬਹੁਤ ਵਧੀਆ ਕਰਾਂਗੇ, ਤੁਸੀਂ ਘਬਰਾਓ। ਪਿੰਡਾਂ 'ਚ ਜਿਹੜੀ ਡਿਸਪੈਂਸਰੀਆਂ ਉਹਨਾਂ 'ਚ ਡਾਕਟਰ ਕਈ ਫਰਲੋ ਤੇ ਰਹਿੰਦੇ, ਉਹਨਾਂ ਨੂੰ ਕੀ ਮੈਸੇਜ ਦੇਣਾ? ਉਹ ਫਰਲੋ ਵਾਲਾ ਕੰਮ ਤੇ ਗਿਆ ਜੀ, ਮੈਸੇਜ ਕਾਹਦਾ ਦੇਣਾ, ਡਿਊਟੀ ਤੇ ਆ ਜਾਣ, ਨਹੀਂ ਤਾਂ ਘਰ ਨੂੰ ਚੱਲ ਜਾਣ ਪੱਕੇ। ਇੱਥੇ ਤਾਂ ਡਿਊਟੀ ਦੇਣੀ ਪਊ ਜੀ। ਸਾਨੂੰ ਅਗਲਿਆਂ ਨੇ ਕਿਹਾ ਕਿ 18 ਘੰਟੇ ਤੁਹਾਡੇ ਕੰਮ ਦੀ ਰਿਪੋਰਟ ਹੋਊਗੀ। ਅਸੀਂ ਮੁਲਾਜ਼ਮਾਂ ਕੋਲ ਜਿਹੜਾ ਉਹਨਾਂ ਦਾ ਟਾਈਮ ਹੈ ਡਿਊਟੀ ਦਾ ਉਹ ਪੂਰਾ ਲਾਂਗੇ ਜੀ। ਟਾਈਮਿੰਗ ਵੀ ਦੱਸ ਦਿਓ ਜੀ, ਕਿੰਨੇ ਤੋਂ ਕਿੰਨੇ ਮੁਲਾਜ਼ਮਾਂ ਨੂੰ ਟਾਈਮ ਦਿੱਤਾ ਗਿਆ ਜੀ? ਸਵੇਰੇ 9 ਤੋਂ 5 ਮੁਲਾਜ਼ਮ ਆਪਣੇ ਦਫ਼ਤਰ 'ਚ ਰਹਿਣ, ਲੋਕਾਂ ਦਾ ਕੰਮ। ਤੁਸੀਂ ਮੈਨੂੰ ਦੱਸਿਓ ਜੇ ਇਹਨਾਂ ਦੇ 'ਚ ਕਿਤੇ ਕਿਸੇ ਤਹਿਸੀਲਦਾਰ ਨੇ ਪੈਸਾ ਲਿਆ ਤੇ ਮੇਰੀ ਜਾਣਕਾਰੀ 'ਚ ਲਿਆਓ ਕਿ ਨਾਲੇ 'ਚ ਫਲਾਣੇ ਨੇ ਪੈਸਾ ਲਿਆ, ਤੁਸੀਂ ਦੇਖੋ ਕਾਰਵਾਈ ਕਿੱਦਾਂ ਹੁੰਦੀ। ਸਭ ਨੂੰ ਕਹਿਤਾ ਜੀ, ਉੱਤੋਂ ਦੇ ਹੱਥ ਆ ਗਿਆ। ਇਹਨਾਂ ਨੂੰ ਕਹਿਤਾ ਕਿ ਆਪਣਾ ਜੀ ਬੰਦੋਬਸਤ ਕਰ ਲਓ। ਜਿਹੜਾ ਬੰਦਾ ਫੜਿਆ ਗਿਆ ਜੀ ਰਿਸ਼ਵਤ ਲੈਂਦਾ, ਨਾ ਸਾਨੂੰ ਕਿਸੇ ਨੇ ਮਾਫ ਕਰਨਾ, ਨਾ ਇਹਨਾਂ ਨੂੰ ਕਿਸੇ ਨੇ ਮਾਫ ਕਰਨਾ। ਇੱਕ ਸਰ NRI ਵਿਭਾਗ ਤੁਹਾਨੂੰ ਮਿਲਿਆ ਆ, ਉਹਦੇ ਬਾਰੇ NRI ਦੀ ਡਿਵੈਲਪਮੈਂਟ NRI ਵਿਭਾਗ ਜਿਹੜੇ ਬਾਹਰ ਬੈਠੇ NRI ਆ, ਉਹਨਾਂ ਦੇ ਬੇਸ਼ੱਕ ਉਹ ਬਾਹਰ ਚਲ ਜਾਂਦੇ ਆ, ਉਹਨਾਂ ਦੇ ਦਿਲਾਂ ਦੇ ਵਿੱਚ ਪੰਜਾਬ ਜਿਹੜਾ ਹਮੇਸ਼ਾ ਜਿੰਦਾ ਰਹਿੰਦਾ। ਉਹ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ, ਉਹ ਪੰਜਾਬ ਦੇ ਵਿੱਚ ਰੋਡ ਸਿਸਟਮ ਵਧੀਆ ਦੇਖਣਾ ਚਾਹੁੰਦੇ ਆ, ਉਹ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇਹਨੂੰ ਵਧੀਆ ਦੇਖਣਾ ਚਾਹੁੰਦੇ ਆ। ਉਹਨਾਂ ਦੇ ਪਰਿਵਾਰਕ ਡਿਸਪਿਊਟ ਨੇ ਬਹੁਤ, ਉਹਨਾਂ ਦੀਆਂ ਜ਼ਮੀਨਾਂ ਦੇ ਮਸਲੇ ਆ, ਉਹਨਾਂ ਦੇ ਘਰਾਂ ਦੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ। ਜੇ ਕਿਸੇ ਨੇ ਵਿਚਾਰੇ ਨੇ ਆਪਣੀ ਕਿਤੇ ਕੋਈ ਮਾਰਕੀਟ ਬਣਾਈ ਆ, ਉਹਨਾਂ ਤੇ ਕਬਜ਼ੇ ਕੀਤੇ ਆ। ਸੋ ਮੈਂ ਕੱਲ ਵੀ ਕਿਹਾ ਸੀ, ਅੱਜ ਤੁਹਾਡੇ ਥਰੂ ਵੀ ਦੁਨੀਆ ਭਰ ਦੇ NRI ਨੂੰ ਕਹਿਣਾ ਚਾਹੁੰਦਾ, ਕਿਉਂਕਿ ਮੈਂ ਖੁਦ ਅਮਰੀਕਾ ਦਾ ਸਿਟੀਜ਼ਨ ਰਿਹਾ 13 ਸਾਲ, ਤੇ ਮੈਨੂੰ ਪਤਾ ਹੈ ਕਿ ਉੱਥੇ ਲੋਕਾਂ ਦੀਆਂ ਵਿਚਾਰਿਆਂ ਦੀਆਂ ਕੀ ਸਮੱਸਿਆ ਹੈ। ਤੇ NRI ਵੀਰਾਂ ਨੂੰ ਅਪੀਲ ਹੈ ਕਿ ਹੁਣ ਤੁਹਾਡੇ ਵਿੱਚੋਂ ਗਿਆ ਇੱਕ ਤੁਹਾਡਾ ਪੁੱਤਰ, ਤੁਹਾਡਾ ਭਰਾ, ਵੱਡਾ ਛੋਟਾ ਪੰਜਾਬ ਦਾ NRI ਮੰਤਰੀ ਬਣਿਆ। ਕਿਸੇ ਵੀ NRI ਨੂੰ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਬੈਠਾ, ਉਹਨਾਂ ਨੂੰ ਕੋਈ ਪੰਜਾਬ ਸਰਕਾਰ ਵਿੱਚ ਕੋਈ ਕੰਮ ਹੈ, ਕੋਈ ਤਕਲੀਫ ਹੈ, ਕੋਈ ਦੁੱਖ ਹੈ, ਉਹ ਆ ਕੇ ਮੈਨੂੰ ਦੱਸਣ। ਉਹਨਾਂ ਦਾ ਮਸਲਾ ਜਿਹੜਾ ਉਸੇ ਲਈ ਹੀ ਹੱਲ ਕਰਾਂਗੇ। ਪ੍ਰਾਈਵੇਟ ਸਕੂਲ ਜਿਹੜੇ ਨੇ ਜ਼ਿਆਦੀਆਂ ਫੀਸਾਂ ਵਸੂਲਦੇ ਨੇ, ਐਡਮਿਸ਼ਨ ਲੈਂਦੇ ਨੇ, ਉਹਨੂੰ ਲੈ ਕੇ ਵੀ ਕੋਈ ਪਾਲਿਸੀ ਤਿਆਰ ਕੀਤੀ ਜਾਊਗੀ? ਨਹੀਂ, ਉਹਨੂੰ ਲੈ ਕੇ ਪਾਲਿਸੀ ਸਾਡੀ ਇਹ ਹੀ ਆ ਕਿ ਜਿਹੜੀ ਸਰਕਾਰੀ ਐਜੂਕੇਸ਼ਨ ਅਸੀਂ ਉਹਨੂੰ ਇੱਦਾਂ ਦੀ ਬਣਾਉਣਾ ਕਿ ਲੋਕ ਪ੍ਰਾਈਵੇਟ ਸਕੂਲਾਂ ਜਾਣੋਂ ਹਟ ਜਾਣ, ਜਿੱਦਾਂ ਦਿੱਲੀ ਦੇ ਵਿੱਚ। ਹਾਂ, ਥੈਂਕ ਯੂ ਸਰ। ਓਕੇ ਓਕੇ।